ਭਗਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ। ਉਪਰੰਤ ਬਾਣੀ ਦੇ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਪੰਜਵਾ। ਜੀ ਪ੍ਰਾਨ ਪ੍ਰਭ ਹੈ ਆਧਾਰਾ। ਭਗਤ ਜੀਵੈ ਗੁਣ ਗਾਏ ਅਪਾਰਾ। ਗੁਣ ਨਿਧਾਨੀ ਅੰਮ੍ਰਿਤ ਹਰਿ ਨਾਮਾ। ਹਰਿ ਧਿਆਏ ਧਿਆਏ ਸੁਖ ਪਾਇਆ ਜੀਓ। ਗੁਣ ਨਿਧਾਨੀ ਅੰਮ੍ਰਿਤ ਹਰਿ ਨਾਮਾ। ਹਰਿ ਧਿਆਏ ਧਿਆਏ ਸੁਖ ਪਾਇਆ ਜੀਓ। ਵਾਹਿਗੁਰੂ। ਇਹ ਪਵਿੱਤਰ ਸ਼ਬਦ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਛਤਰ ਚਬਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 103 ਉੱਪਰ ਸੁਭਾਏਮਾਨ ਆਖਰੀ ਸ਼ਬਦ। ਸਤਿਗੁਰੂ ਪਾਤਸ਼ਾਹ ਜੀ ਇਹਨਾਂ ਬਚਨਾਂ ਰਾਹੀਂ ਸਾਨੂੰ ਕੀ ਬਖਸ਼ਿਸ਼ ਕਰਦੇ ਹਨ। ਜਿਸ ਤਰ੍ਹਾਂ ਪਾਤਸ਼ਾਹ ਜੀ ਪਿੱਛੇ ਨਾਮ ਦੀ ਮਹਿਮਾ ਕਰ ਰਹੇ ਸੀ, ਫਿਰ ਪਰਮੇਸ਼ਰ ਦੀ ਸਿਫਤ ਕੀਤੀ ਕਿ ਤੂੰ ਹੀ ਮੇਰਾ ਸਭ ਕੁਝ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧੁ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਤਾਂ ਪਉ ਕਿਹਾ ਕਾੜਾ ਜੀਓ। ਅੱਗੇ ਹੋਰ ਇਸੇ ਵਿਸ਼ੇ 'ਤੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਦੇ ਹੋਏ ਬਖਸ਼ਿਸ਼ ਕਰਦੇ ਹਨ। ਜੋ ਅੱਜ ਆਪ ਜੀ ਨੇ ਸ਼ਬਦ ਸਰਵਣ ਕੀਤਾ। ਮਾਝ ਮਹੱਲਾ ਪੰਜਵਾ। ਜੀ ਪ੍ਰਾਨ ਪ੍ਰਭ ਮਨ ਹੈ ਆਧਾਰਾ। ਭਗਤ ਜੀਵੈ ਗੁਣ ਗਾਏ ਅਪਾਰਾ। ਗੁਣ ਨਿਧਾਨ ਅੰਮ੍ਰਿਤ ਹਰਿ ਨਾਮਾ। ਹਰਿ ਧਿਆਏ ਧਿਆਏ ਸੁਖ ਪਾਇਆ ਜੀਓ। ਪਰਮੇਸ਼ਰ ਤੋਂ ਵੱਡਾ ਪਰਮੇਸ਼ਰ ਦਾ ਨਾਮ ਵੀ ਹੈ, ਕਿਉਂਕਿ ਪਰਮੇਸ਼ਰ ਦਾ ਨਾਮ ਚੱਲਦਾ ਹੈ। ਜਿੱਥੇ ਪਰਮੇਸ਼ਰ ਦਾ ਨਾਮ ਲਿਆ ਜਾਂਦਾ, ਜਪਿਆ ਜਾਂਦਾ, ਉੱਥੇ ਸਾਰੇ ਕਾਰਜ ਰਾਸ ਹੁੰਦੇ ਹਨ। ਜਿੱਥੈ ਨਾਮ ਜਪੀਐ ਪ੍ਰਭ ਪਿਆਰੇ। ਸੇ ਅਸਥਲ ਸੋਹਨ ਚੌਵਾਰੇ। ਜਿੱਥੈ ਨਾਮ ਨਾ ਜਪੀਐ ਗੋਬਿੰਦਾ। ਸਈ ਨਗਰ ਉਜਾੜੀ ਜੀਓ। तो परमेश्वर तो परमेश्वर का नाम भी बड़ा है। राम से बड़ा राम का नाम। भाव परमेश्वर तो बड़ा परमेश्वर का नाम है, जिहड़ा कि सारी दुनिया विच फैलिया होया है, सारिया जीवां दे हिरदे विच वसदा है और सारे जीव इक्को समय उस परमेश्वर नूं याद करके अपनियां आसां पूरियां करदे हन। इस करके सतगुरु पातशाह कहते साडे अंदर जो आधार है, आसरा है, ये परमेश्वर के नाम का है, जो कि साडे प्राणा दे विच भी वसिया होया। माझ महला पंजवा। जी प्राण प्रभ मन है आधारा। वो जीवां दा प्राण साडी जान है। वो साडी जान है, भाव साडे अंदर जो चल रहा है, ये जान जिहड़ी निकल जाती है, ये विच भी वो समाया होया। क्योंकि वो साडी जान भी है, जान की जान है, साडी जान दी जान है। 10वें पातशाह जी महाराज अपने बचनों के राही खालसे की महिमा करते हुए भी कुछ ऐसे ही बचन करते हैं। खालसा मेरो प्राण को प्राण। तो इस करके वो परमेश्वर जिहड़ा है वो भी अपने प्राणा का प्राण है।
ਗੁਰੂ ਵੀ ਆਪਣੇ ਪ੍ਰਾਣਾਂ ਦਾ ਪ੍ਰਾਣ ਹੈ। ਜਿਵੇਂ ਕੋਈ ਮਾਤਾ ਬੱਚੇ ਨੂੰ ਪਿਆਰ ਕਰਦੀ ਹੈ, ਬੱਚੇ ਨਾਲ ਲਗਾਵ ਹੈ, ਮੋਹ ਹੈ, ਤੇ ਮਾਨੋ ਉਹ ਬੱਚੇ ਦੀ ਜਾਨ ਹੈ। ਇਸੇ ਤਰ੍ਹਾਂ ਹੀ ਭਗਤਾਂ ਦੀ ਪਰਮੇਸ਼ਰ ਜਾਨ ਹੈ ਤੇ ਪਰਮੇਸ਼ਰ ਭਗਤਾਂ ਦੀ ਜਾਨ ਹੈ। ਭਗਤਾਂ ਨੇ ਪਰਮੇਸ਼ਰ ਨੂੰ ਪ੍ਰਗਟ ਕੀਤਾ ਤੇ ਪਰਮੇਸ਼ਰ ਭਗਤਾਂ ਦੀ ਰੱਖਿਆ ਕਰਦਾ ਹਰ ਥਾਂ ਤੇ। ਤਾਂ ਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਪਰਿਪੂਰਨ ਪਰਮੇਸ਼ਰ ਪਰਮਾਤਮਾ, ਤੂੰ ਬੜਾ ਵਿਸ਼ਾਲ ਹੈ, ਬੜਾ ਬੇਅੰਤ ਹੈ। ਜੀ ਪ੍ਰਾਣ ਭਰਾ ਮਨੈ ਆਧਾਰਾ, ਤੂੰ ਸਾਡੇ ਮਨਾਂ ਦਾ ਆਸਰਾ ਹੈ। ਜਿਹੜਾ ਸਾਡਾ ਮਨ ਭਟਕ ਰਿਹਾ ਹੈ, ਜੇ ਇਸ ਨੂੰ ਟਿਕਾਉਣਾ ਹੋਵੇ ਤੇ ਨਾਮ ਦੇ ਨਾਲ ਹੀ ਟਿਕੇਗਾ। ਮਨ ਵਸੇ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ ਤੇ ਉਹ ਜਿਹੜਾ ਨਾਮ ਹੈ ਉਹ ਗੁਰੂ ਪਿਆਰਿਓ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਮਿਲਦਾ। ਤੇ ਜਦੋਂ ਸਾਡਾ ਮਨ ਜਿਹੜਾ ਹੈ ਨਾਮ ਨਾਲ ਜੁੜ ਜਾਂਦਾ ਹੈ ਤੇ ਇਹ ਰੱਜ ਜਾਂਦਾ ਹੈ। ਨਹੀਂ ਤਾਂ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਮਨ ਕਰਕੇ ਰਸਨਾ ਕਰਕੇ ਅਸੀਂ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕੀਤਾ ਤਾਂ ਇਹ ਰੱਜਣਾ ਸ਼ੁਰੂ ਹੋ ਗਿਆ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਧਿਆਇਆ। ਮਨ ਕਰਕੇ ਤਨ ਕਰਕੇ ਰਸਨਾ ਕਰਕੇ ਜਦੋਂ ਨਾਮ ਜਪਿਆ ਗਿਆ ਤੇ ਇਹ ਜੀਭ ਵੀ ਜਿਹੜੀ ਸਵਾਦਾਂ ਵੱਲੋਂ ਮੁੜ ਕੇ ਨਾਮ ਦਾ ਸਵਾਦ ਲੈਣ ਲੱਗੀ, ਨਾਮ ਦਾ ਰਸ ਲੈਣ ਲੱਗੀ। ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜੀ ਪ੍ਰਾਣ ਭਰਾ ਮਨੈ ਆਧਾਰਾ, ਭਗਤ ਜੀਵੈ ਗੁਣ ਗਾਏ ਅਪਾਰਾ। ਤੇ ਤੇਰੇ ਪਿਆਰੇ ਤੇਰਾ ਗੁਣ ਗਾ ਗਾ ਕੇ ਜਿਉਂਦੇ ਹਨ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਭਗਤਾਂ ਦੀ ਜਿੰਦ ਜਾਨ ਹੈ ਪਰਮੇਸ਼ਰ। ਉਹ ਹਮੇਸ਼ਾ ਉਹਨੂੰ ਯਾਦ ਰੱਖਦੇ ਹੈ। ਜਿਸ ਤਰ੍ਹਾਂ ਕੋਈ ਇਸਤਰੀ ਆਪਣੇ ਵਿਦੇਸ਼ ਗਏ ਪਤੀ ਨੂੰ ਯਾਦ ਰੱਖਦੀ ਆ ਹਮੇਸ਼ਾ, ਜਿਵੇਂ ਕੋਈ ਮਾਤਾ ਆਪਣੇ ਪੁੱਤਰ ਨੂੰ ਯਾਦ ਰੱਖਦੀ ਹੈ ਦਿਮਾਗ ਦੇ ਵਿੱਚ ਹਮੇਸ਼ਾ, ਭਾਵੇਂ ਬੋਲ ਕੇ ਨਾ ਸੁਣਾਵੇ ਪਰ ਅੰਦਰ ਉਸ ਦੇ ਟਕ ਟਕ ਚੱਲਦੀ ਰਹਿੰਦੀ ਹੈ ਪੁੱਤਰ ਦੀ ਯਾਦ ਦੀ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਸੋਮ ਆਦਮੀ ਪੈਸੇ ਦਾ ਖਿਆਲ ਰੱਖਦਾ, ਜਿਸ ਤਰ੍ਹਾਂ ਕਾਮੀ ਪੁਰਸ਼ ਕਾਮਨੀ ਪਿਆਰੀ, ਜਿਵੇਂ ਕੋਈ ਮਨੁੱਖ ਕਾਮੀ ਪੁਰਸ਼ ਆਪਣੀ ਇਸਤਰੀ ਨੂੰ ਯਾਦ ਕਰਦਾ, ਇਸੇ ਤਰ੍ਹਾਂ ਹੀ ਤੈਸੀ ਨਾਮੈ ਪ੍ਰੀਤ ਮੁਰਾਰੀ। ਨਾਮਦੇਵ ਨੂੰ ਮੁਰਾਰੀ ਦੇ ਨਾਲ ਐਸੀ ਹੀ ਪ੍ਰੀਤ ਪੈ ਗਈ ਹੈ। ਭਗਤ ਜੀਵੈ ਗੁਣ ਗਾਏ ਅਪਾਰਾ। ਪਰਮੇਸ਼ਰ ਦੇ ਭਗਤ ਪਰਮੇਸ਼ਰ ਦੇ ਪਿਆਰੇ ਉਹਦੇ ਗੁਣਾਂ ਨੂੰ ਗਾ ਕੇ ਜਿਉਂਦੇ ਹਨ। ਗੁਣ ਨਿਧਾਨੀ ਅੰਮ੍ਰਿਤ ਹਰ ਨਾਮਾ। ਹਰੀ ਦਾ ਜਿਹੜਾ ਅੰਮ੍ਰਿਤਮਈ ਨਾਮ ਹੈ, ਅੰਮ੍ਰਿਤ ਦੇ ਬੇਅੰਤ ਅਰਥ ਹਨ। ਇੱਕ ਅੰਮ੍ਰਿਤ ਦਾ ਅਰਥ ਇਹ ਵੀ ਹੈ ਕਿ ਇਹ ਮਿੱਠਾ ਹੈ, ਸੁੱਖ ਦੇਣ ਵਾਲਾ ਹੈ। ਜਿਸ ਤਰ੍ਹਾਂ ਕੋਈ ਬੱਚੇ ਨੂੰ ਮਿੱਠਾ ਬੜਾ ਪਸੰਦ ਲੱਗਦਾ ਹੈ, ਉਸੇ ਤਰ੍ਹਾਂ ਹੀ ਸਾਡੀ ਆਤਮਾ ਵਾਸਤੇ ਅੰਮ੍ਰਿਤਮਈ ਨਾਮ ਜਿਹੜਾ ਹੈ ਸਵਾਦਲਾ ਹੈ, ਰਸਦਾਇਕ ਹੈ। ਤੇ ਦੂਸਰਾ ਇਹਦਾ ਅਰਥ ਹੈ ਕਿ ਇਹ ਅੰਮ੍ਰਿਤਮਈ ਨਾਮ ਜਿਹੜਾ ਹੈ ਮਨੁੱਖ ਨੂੰ ਮ੍ਰਿਤੂ ਚੋਂ ਬਾਹਰ ਕੱਢਣ ਵਾਲਾ ਹੈ, ਜੰਮਣ ਮਰਨ ਦੇ ਚੱਕਰਾਂ ਚੋਂ ਬਾਹਰ ਕੱਢਣ ਵਾਲਾ ਹੈ ਇਹ ਅੰਮ੍ਰਿਤ ਨਾਮ। ਤੀਸਰਾ ਅਰਥ ਹੈ ਕਿ ਇਸ ਅੰਮ੍ਰਿਤਮਈ ਨਾਮ ਦੇ ਵਿੱਚ ਪਤਾ ਨਹੀਂ ਕਿੰਨੇ ਗੁਣ ਭਰੇ ਪਏ ਹਨ। ਭਾਵ ਜਿਵੇਂ ਜਿਵੇਂ ਕੋਈ ਨਾਮ ਜਪਦਾ ਜਾਂਦਾ ਬੰਦੇ ਦੇ ਅੰਦਰ ਗੁਣ ਪ੍ਰਗਟ ਹੁੰਦੇ ਜਾਂਦੇ ਆ। ਜਿਤਨੇ ਵੀ ਗੁਣ ਮਨੁੱਖ ਦੇ ਅੰਦਰ ਆਉਂਦੇ ਹੈ, ਭਾਵ ਜਿਤਨੇ ਤਰ੍ਹਾਂ ਦਾ ਵੀ ਗਿਆਨ ਮਨੁੱਖ ਅੰਦਰ ਆਇਆ ਹੈ, ਇਹ ਪਰਮੇਸ਼ਰ ਦੀ ਯਾਦ ਨਾਲ ਜੁੜ ਕੇ। ਹੁਣ ਤੁਸੀਂ ਕਹੋਗੇ ਵੀ ਇਹ ਕਿਸ ਤਰ੍ਹਾਂ? ਜਿਸ ਤਰ੍ਹਾਂ
ਕਿਸੇ ਭੁੱਲੀ ਗੱਲ ਨੂੰ ਯਾਦ ਕਰਨ ਵਾਸਤੇ ਅਸੀਂ ਸੁਰਤ ਨੂੰ ਥੋੜ੍ਹਾ ਉਸ 'ਤੇ ਡਿਪੈਂਡ ਕਰਦੇ ਹਾਂ, ਧਿਆਨ ਦਿੰਦੇ ਹਾਂ, ਤਾਂ ਉਹ ਮਾਨੋ ਇੱਕ ਸਿਮਰਨ ਹੋ ਜਾਂਦਾ। ਸਿਮਰਨ ਕੀ ਹੈ? ਯਾਦ ਨਾਲ ਜੁੜਨਾ ਹੀ ਆ। ਨੇਤਰ ਬੰਦ ਕਰਕੇ ਜਾਂ ਨੇਤਰ ਖੁੱਲ੍ਹੇ ਰੱਖ ਕੇ ਜਦੋਂ ਸੁਰਤ ਸ਼ਬਦ ਨਾਲ ਜੁੜਦੀ ਹੈ ਤਾਂ ਉਦੋਂ ਸਾਡਾ ਮਨ ਇਕਾਗਰ ਹੁੰਦਾ ਹੈ। ਜਦੋਂ ਇਕਾਗਰ ਹੁੰਦਾ ਤੇ ਇਸ ਦੇ ਅੰਦਰੋਂ ਕਈ ਤਰ੍ਹਾਂ ਦੇ ਗੁਰੂ ਪਿਆਰਿਓ ਗਿਆਨ ਪੈਦਾ ਹੁੰਦੇ ਆ। ਇਕਾਗਰਤਾ ਦੇ ਵਿੱਚ ਹੀ ਸਾਰਾ ਕੁਝ ਹੈ। ਤੇ ਨਾਮ ਜਿਹੜਾ ਹੈ ਇਕਾਗਰ ਕਰਨ ਦਾ ਮਨ ਨੂੰ ਸਭ ਤੋਂ ਵਧੀਆ ਸਾਧਨ ਹੈ, ਜਰੀਆ ਹੈ। ਨਾਮ ਦੇ ਨਾਲ ਜੁੜ ਕੇ ਜਦ ਮਨ ਇਕਾਗਰ ਹੁੰਦਾ ਤੇ ਇਹ ਬਹੁਤ ਸਾਰੀਆਂ ਭੁੱਲੀਆਂ ਚੀਜ਼ਾਂ ਨੂੰ ਯਾਦ ਕਰ ਲੈਂਦਾ। ਜਿਵੇਂ ਉਸੇ ਤਰ੍ਹਾਂ ਹੀ ਇਹਦੇ ਅੰਦਰ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ, ਗਿਆਨ ਦੇ ਖਜ਼ਾਨੇ ਪ੍ਰਗਟ ਹੋ ਜਾਂਦੇ ਹਨ। ਜਿਸ ਤਰ੍ਹਾਂ ਕੋਈ ਬੱਚਾ ਇਕਾਗਰ ਚਿੱਤ ਹੋ ਕੇ ਪੜ੍ਹਦਾ ਹੈ, ਸਕੂਲ ਦਾ ਕੰਮ ਕਰਦਾ ਹੈ ਤੇ ਉਸ ਦੇ ਦਿਮਾਗ ਦੇ ਵਿੱਚ ਪੜ੍ਹਾਈ ਬਹਿ ਜਾਂਦੀ ਹੈ, ਜਿਸ ਦਾ ਸਦਕਾ ਉਹ ਵੱਡੀਆਂ ਡਿਗਰੀਆਂ ਪ੍ਰਾਪਤ ਕਰ ਲੈਂਦਾ। ਤੇ ਜਿਹੜਾ ਕੋਈ ਬੱਚਾ ਇਕਾਗਰ ਹੋ ਕੇ ਪੜ੍ਹਦਾ ਨਹੀਂ, ਖੇਡਾਂ 'ਚ ਮਸਤ ਰਹਿੰਦਾ, ਭੱਜ ਦੌੜ 'ਚ ਰਹਿੰਦਾ ਹੈ, ਉਹ ਕਦੇ ਵੀ ਪਾਸ ਨਹੀਂ ਹੁੰਦਾ। ਇਸ ਕਰਕੇ ਗੁਰੂ ਕਿਰਪਾ ਕਰਨ, ਨਾਮ ਦੇ ਨਾਲ ਜੁੜਨ ਦਾ ਢੰਗ ਹੈ ਇਕਾਗਰਤਾ। ਇਕਾਗਰਤਾ ਇੱਕ ਦੇ ਅੱਗੇ ਜੁੜਨਾ, ਇੱਕ ਦੇ ਅੱਗੇ ਜਾਣਾ, ਸੁਰਤ ਦਾ ਕੇਵਲ ਸ਼ਬਦ ਨਾਲ ਜੁੜਨਾ। ਇੱਕ ਆਗਰ, ਆਗਾਰ ਜਿਹੜਾ ਸ਼ਬਦ ਹੈ ਹਿੰਦੀ ਸ਼ਬਦ ਹੈ। ਕਈ ਵਾਰੀ ਤੁਸੀਂ ਬੱਸਾਂ 'ਤੇ ਲਿਖਿਆ ਹੁੰਦਾ, ਵੇਖਿਆ ਹੋਣਾ। ਤੇ ਜਦੋਂ ਇਸ ਲੋਆਂ ਸ਼ਬਦਾਂ ਦਾ ਇਕੱਠ ਕਰਦੇ ਹਾਂ, ਜੋੜਦੇ ਹਾਂ, ਤਾਂ ਇਹਨੂੰ ਕਹਿੰਦੇ ਆ ਇਕਾਗਰਤਾ। ਇੱਕ ਦੇ ਅੱਗੇ ਜੁੜਨਾ, ਇੱਕ ਦੇ ਨਾਲ ਜੁੜਨਾ। ਤੇ ਉਹ ਇੱਕ ਹੈ ਸਭ ਤੋਂ ਵੱਡੀ ਸ਼ਕਤੀ, ਪਰਮੇਸ਼ਰ। ਜਦੋਂ ਕੋਈ ਉਸ ਪਰਮੇਸ਼ਰ ਨਾਲ ਜੁੜਦਾ ਹੈ ਤਾਂ ਇਕਾਗਰ ਚਿੱਤ ਹੁੰਦਾ ਤੇ ਇਹਦੇ ਅੰਦਰ ਗੁਣਾਂ ਦੇ ਖਜ਼ਾਨੇ ਪ੍ਰਗਟ ਹੋ ਜਾਂਦੇ ਆ। ਭਾਵ ਮਨੁੱਖ ਦੇ ਅੰਦਰ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ। ਹੁਣ ਕਿੰਨੇ ਤਰ੍ਹਾਂ ਦੇ ਗੁਣ ਹੈ ਇਹਦਾ ਕੋਈ ਅੰਤ ਨਹੀਂ। ਜਿੰਨੇ ਕੰਮ ਹੈ ਓਨੇ ਗੁਣ ਹੈ। ਦਿਨੋਂ ਦਿਨ ਗੁਣ ਵੱਧਦੇ ਜਾ ਰਹੇ ਹਨ। ਵਰਕਸ਼ਾਪਾਂ ਗੱਡੀਆਂ ਮੋਟਰਾਂ ਦੀਆਂ, ਵਰਕਸ਼ਾਪਾਂ ਨੈਟਵਰਕ ਦੀਆਂ, ਵਰਕਸ਼ਾਪਾਂ ਮੋਬਾਈਲਾਂ ਦੀਆਂ, ਇਹ ਸਾਰੇ ਗੁਣ ਹੀ ਤਾਂ ਹੈ ਮਨੁੱਖ ਦੇ ਅੰਦਰ ਭਰੇ ਹੋਏ। ਔਰ ਇੱਧਰੋਂ ਕਥਾ ਦਾ ਗੁਣ, ਕੀਰਤਨ ਦਾ ਗੁਣ, ਗੁਰਬਾਣੀ ਦਾ ਗੁਣ, ਖੇਤੀਬਾੜੀ ਦਾ ਗੁਣ, ਕਿੰਨੇ ਤਰ੍ਹਾਂ ਦੇ ਗੁਣ ਹੈ। ਇਹ ਸਾਰੇ ਗੁਣ ਮਨੁੱਖ ਵਿੱਚ ਕਦੋਂ ਆਉਂਦੇ ਆ? ਜਦੋਂ ਇਕਾਗਰ ਹੁੰਦਾ। ਡਰਾਈਵਿੰਗ ਦਾ ਗੁਣ, ਉਹ ਗੱਡੀ ਚਲਾਉਂਦਾ ਹੈ ਤੇ ਉਹੋ ਹੀ ਸਭ ਤੋਂ ਵਧੀਆ ਗੱਡੀ ਚਲਾ ਸਕਦਾ ਜਿਹੜਾ ਇੱਕ ਨਾਲ ਜੁੜਿਆ ਰਹਿੰਦਾ, ਭਾਵ ਇੱਕ ਥਾਂ 'ਤੇ ਧਿਆਨ ਰੱਖਦਾ। ਤੇ ਜਿਹੜਾ ਚਲਾਉਂਦੇ ਹੋਏ ਮਨ ਡਾਵਾਂਡੋਲ ਹੈ ਉਹ ਕਦੇ ਵੀ ਉਸ ਨੂੰ ਭੰਨ ਸਕਦਾ ਹੈ। ਇਸੇ ਤਰ੍ਹਾਂ ਹੀ ਇਕਾਗਰ ਚਿੱਤ ਤੋਂ ਹਰੀ ਦੇ ਨਾਮ ਦੇ ਵਿੱਚ ਖਜ਼ਾਨੇ ਕਿਵੇਂ ਹਨ? ਜਦੋਂ ਸਾਡੀ ਸੁਰਤ ਸ਼ਬਦ ਨਾਲ ਜੁੜਦੀ ਹੈ ਤੇ ਫਿਰ ਇਹਦੇ ਅੰਦਰ ਬਹੁਤ ਸਾਰੇ ਗੁਣ ਪੈਦਾ ਹੋ ਜਾਂਦੇ ਨੇ। ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ। ਇੱਥੇ ਸਾਜਣ ਹਨ ਸਤਸੰਗੀ। ਸੰਗਤ ਵਿੱਚ ਬੈਠ ਕੇ ਆਪਾਂ ਗੁਣਾਂ ਨੂੰ ਇਕੱਠੇ ਕਰਨ ਆਉਣੇ ਆ, ਇੱਥੇ ਕੁਝ ਸਿੱਖਣ ਆਉਣੇ ਆ। ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾਂ ਕੇਰੀ, ਛੋੜ ਅਵਗੁਣ ਚੱਲੀਐ। ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਐ। ਜਿੱਥੇ ਜਾਏ ਬਹੀਐ ਭਲਾ ਕਹੀਐ। ਝੋਲ ਅੰਮ੍ਰਿਤ ਪੀਜੈ, ਗੁਣਾ ਕਹੋਵੇ ਵਾਸਲਾ ਕੱਢ ਵਾਸ ਲਈਜੈ। ਇਹ ਸਾਇੰਟੀਫਿਕ ਗੱਲਾਂ ਸਾਰੀਆਂ ਸਤਿਗੁਰ ਦੀਆਂ। ਹਾਲੇ ਸੈਂਸ ਨੂੰ ਉਨੀ ਸਮਝ ਨਹੀਂ ਆਈ ਜਿੰਨੀ ਸਤਿਗੁਰ ਨੇ ਬਾਣੀ ਲਿਖ ਦਿੱਤੀ ਆ। ਜਦੋਂ ਕੋਈ ਪਰਮੇਸ਼ਰ ਦਾ ਅੰਮ੍ਰਿਤਮਈ ਨਾਮ ਜਪੇਗਾ, ਗੁਣ ਨਿਧਾਨ ਅੰਮ੍ਰਿਤ ਹਰਿ ਨਾਮਾ, ਤੇ ਹਰੀ ਦਾ ਨਾਮ ਗੁਣਾਂ ਦਾ ਖਜ਼ਾਨਾ ਹੈ। ਹਰੀ ਦਾ ਨਾਮ ਗੁਣਾਂ ਦਾ ਖਜ਼ਾਨਾ ਹੈ। ਜਿਵੇਂ ਜਿਵੇਂ ਬੰਦਾ ਨਾਮ ਨਾਲ ਸੁਰਤ ਨੂੰ ਇਕਾਗਰ ਕਰਦਾ ਜਾਵੇਗਾ, ਇਹਦੇ ਅੰਦਰ ਬਹੁਤ ਸਾਰੇ ਗੁਣ ਪ੍ਰਗਟ ਹੁੰਦੇ ਜਾਣਗੇ। ਜਿਵੇਂ ਜਿਹੜਾ ਬੱਚਾ ਸਕੂਲੇ ਨਹੀਂ ਗਿਆ, ਉਹਨੂੰ ਅੱਖਰਾਂ ਦਾ ਗਿਆਨ ਨਹੀਂ ਆਇਆ, ਪਰ ਜਿਹੜਾ ਬੱਚਾ ਸਕੂਲੇ ਜਾ ਕੇ ਮਾਸਟਰ ਦੇ ਕਹੇ ਮੁਤਾਬਕ ਇਕਾਗਰ ਚਿੱਤ ਹੋ ਕੇ ਪੜ੍ਹਨ ਲੱਗਿਆ, ਉਹਨੂੰ ਹਿੰਦੀ, ਪੰਜਾਬੀ, ਅੰਗਰੇਜ਼ੀ ਅੱਖਰਾਂ ਦਾ ਗਿਆਨ ਆਉਣਾ ਸ਼ੁਰੂ ਹੋ ਗਿਆ। ਇਹ ਸਾਰੇ ਗੁਣ, ਇਹ ਗਿਆਨ, ਇਹ ਕਿੱਥੇ ਲਿਖਿਆ ਹੈ? ਇਕਾਗਰ ਚਿੱਤ ਵਿੱਚ।
गुरु प्यारिओ, पाकिस्तान का एक अफसर होया बहुत बड़ा, ते ओह बचपन दे विच स्कूल नहीं सी जांदा। जदों घरों भेजते मापे स्कूले, वो रस्ते विच ही किधरे लुक जांदा ते जदों छुट्टी हुंदी घरे आ जांदा। नाम सी उहदा अजूब खान, ते बचपन विच भी इहनूं अजूबा अजूबा ही कहंदे सी। कहंदे एक दिन वो बच्चा उस तरह ही स्कूल ना गया तो गुरुद्वारा साहब दे विच लुक गया। जब गुरुद्वारा साहब दे विच लुकिया हो तो उत्थों दे ग्रंथी साहब सूझबान सी, उन्होंने पता लग्या भी ये बच्चा जिहड़ा है कई दिनों तो स्कूल नहीं जा रहा, तो रस्ते विच बह के मुड़ जाता है। तो फिर उन्होंने महापुरुषों ने ग्रंथी जी ने कोल बुला लिया, प्यार नाल कहंदे अजूबिया तू भाई स्कूल नहीं जाता। जूबा कहन लग्या महाराज मैं नहीं स्कूल जाना। कहने क्यों? कहने मेरे कुट बड़ी पैंदी आ। क्यों? कहने मेरे को याद नहीं हुंदा, जब मेरे स्कूल का काम नहीं किया हुंदा तो मास्टर मैनू कुटदे आ। ते वो ग्रंथी साहब कहन लगे जे भला तेरी कुट का इंतजाम कर दीए, भाव तैनू मास्टर ना कुटन, फिर जावेगा? कहने हाँ फिर तो मैं जाऊँगा जे मेरे कुट ना पवे, पर मेरे कुट बड़ी पैंदी आ। ग्रंथी जी बड़े सूझबान सी, उस बच्चे नू अजूब खान नू अपने कोल बिठाया, प्यार किया ते उसने मूल मंत्र याद करवाता। एक ओंकार सतनाम करता पुरख निर्भौ निर्वैर अकाल मूर्त अजूनी सैभं गुर प्रसाद जप आठ सच जुगाड़ सच है भी सच नानक होसे भी सच। ये मूल मंत्र उसनू याद कराता पक्के तौर पर। फिर कहन लगे लै हुण तू जा स्कूले, हुण तैनू मास्टर कुटूगा नहीं और तेरे सारा काम भी याद होया करेगा। वो बच्चा जिहड़ा सी लगन लगी उसनू, ते ओ मूल मंत्र नू रटन लग्या। मूल मंत्र जपदियां उहदा मन एकाग्र होण लग्या, ते जब मन एकाग्र होण लग्या उहदे सवाल प्रश्न उत्तर पढ़ाई का काम याद होण लग्या। कहो सतनाम श्री। पहले दिन ही परमेश्वर ने भरोसा बन्निया उसका कि पहले दिन ही जिदे गया हो तो उसनू मास्टर ने प्यार किया, बल्कि कुटिया नहीं। बच्चे नू भरोसा हो गया भी यार कोई ताकत है इस कलाम दे विच। वो कलाम कहंदे आपां शब्द कहने आ, ये जिहड़ी मैनू कलाम दित्ती आ बाबा जी ने, बाबे नानक दी कलाम है, ये बाबे नानक दा मूल मंत्र है। ये विच ताकत कोई है, मैनू अज मास्टरां ने कुटिया नहीं गा। गुरु ने कृपा की, अज होर कल होर। ओ अजूब खान बहुत वधिया फिर पढ़ाई की, उसने चंगियां डिग्रियां प्राप्त कीतियां ते अगे जाके फिर राजनीति च पै के ओह राष्ट्रपति तक भी पाकिस्तान का बनिया। उसी अजूब खान पाकिस्तान का। ते इस अजूब खान ने अपनी इस गल नूं फिर जिंदगी पर भुलाया नहीं गुरु प्यारिओ, बल्कि बाबे नानक दी ये कलाम वो कहंदे आ, आपां मूल मंत्र कहने आ, शब्द कहने आ, तो उसने मूल मंत्र का ये अखर है जिहड़े सारे ये अपने घर के कमरे की एक कंध के उत्ते वड्डे वड्डे करके लिखवा ले पेंटर कोलों। ते उस कमरे दे विच बैठ के वो नाम जपदा है। ते एक दिन इधरों कोई संगत गई है उधर दर्शन मेले करन गुरु घरां दे, ते अजूब खान कुछ पंजाबी बंदियां नूं, पंजाबी गुरसिखां नूं अपने नाल अपने घर लै गया। घर ले जाके जल पानी छकाया, फिर उस कमरे विच लै गया जिथे वो शब्द पूरी कंध उत्ते लिखिया होया सी। ते अपने जो इधर लोग गए सी बंदे वो वेख के हैरान रह गए भी यार ये मुसलमान है एक, इसने ये शब्द क्यों लिखे है, की ये मूल मंत्र पढ़दा? ये तो बड़े कट्टड़ होंदे आ, ये तो अपनी कलाम पढ़ते आ।
ਪੁੱਛੇ ਬਿਨਾਂ ਰਹਿ ਨਾ ਸਕੇ। ਕਹਿੰਦੇ ਭਾਈ ਸਾਹਿਬ ਜੀ ਇਹ ਗੁਰੂ ਨਾਨਕ ਦਾ ਸ਼ਬਦ ਕਿਸ ਤਰ੍ਹਾਂ ਮੂਲ ਮੰਤਰ ਹੈ ਸਾਡਾ ਇਹ? ਉਹ ਕਹਿਣ ਲੱਗੇ ਸੋਡਾ ਹੀ ਨਹੀਂ, ਸਾਡਾ ਵੀ ਹੈ ਇਹ। ਉਹ ਨਾਨਕ ਸਾਡੇ ਦੇਸ਼ ਵਿੱਚ ਪੈਦਾ ਹੋਇਆ, ਇਸ ਇਲਾਕੇ ਸਾਡੇ 'ਚ ਪੈਦੇ ਹੋਏ। ਇਸ ਮੂਲ ਮੰਤਰ ਦੇ ਪਿੱਛੇ ਬਹੁਤ ਵੱਡਾ ਰਾਜ ਹੈ। ਉਹ ਕਹਿਣ ਲੱਗੇ ਕੀ ਰਾਜ ਹੈ? ਉਹ ਕਹਿਣ ਲੱਗੇ ਇਹਦੇ ਵਿੱਚ ਇਹ ਰਾਜ ਹੈ ਕਿ ਬਚਪਨ ਵਿੱਚ ਮੈਨੂੰ ਪੜ੍ਹਾਈ ਨਹੀਂ ਸੀ ਆਉਂਦੀ, ਮੈਂ ਬੜਾ ਸਿੱਧਾ ਸਾਦਾ ਸੀ। ਜਦ ਮੈਂ ਸਕੂਲ ਜਾਂਦਾ ਤੇ ਮੈਨੂੰ ਕੁੱਟ ਪੈਂਦੀ ਸੀ ਮਾਸਟਰਾਂ ਕੋਲੋਂ, ਮੇਰੇ ਕੰਮ ਯਾਦ ਨਹੀਂ ਸੀ ਹੁੰਦਾ, ਮਾਸਟਰ ਕੁੱਟਦੇ ਸੀ। ਇੱਕ ਦਿਨ ਮੈਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਆਪਣੇ ਕੋਲ ਬੁਲਾਇਆ, ਕਿਉਂਕਿ ਮੈਂ ਰਾਹ 'ਚ ਲੁਕ ਜਾਂਦਾ ਸੀ। ਇੱਕ ਦਿਨ ਮੈਂ ਗੁਰਦੁਆਰੇ ਲੁਕ ਗਿਆ ਜਾ ਕੇ, ਤੇ ਬਾਬਾ ਜੀ ਨੇ ਮੈਨੂੰ ਆਪਣੇ ਕੋਲ ਬੁਲਾ ਕਰਕੇ ਪੁੱਛਿਆ, ਤੇ ਮੈਂ ਦੱਸਿਆ ਵੀ ਮੇਰੇ ਨਾ ਦਿਮਾਗ ਕੰਮ ਨਹੀਂ ਕਰਦਾ ਤੇ ਮੈਨੂੰ ਨਾ ਕੁਝ ਯਾਦ ਨਹੀਂ ਰਹਿੰਦਾ, ਇਸ ਕਰਕੇ ਮੈਂ ਸਕੂਲ ਨਹੀਂ ਜਾਂਦਾ ਕਿਉਂਕਿ ਮਾਸਟਰ ਕੁੱਟਦੇ ਆ। ਤੇ ਉਹ ਬਾਬਾ ਜੀ ਕਹਿਣ ਲੱਗੇ ਤੈਨੂੰ ਕੁੱਟਣਗੇ ਨਹੀਂ, ਤੂੰ ਇੱਕ ਕੰਮ ਕਰ। ਤੇ ਉਹਨਾਂ ਨੇ ਮੈਨੂੰ ਇਹ ਮੰਤਰ ਦਿੱਤਾ, ਇਹ ਕਲਾਮ ਦਿੱਤੀ ਬਾਬੇ ਨਾਨਕ ਦੀ। ਮੈਨੂੰ ਕਹਿਣ ਲੱਗੇ ਬਸ ਤੂੰ ਇਹੀ ਪੜ੍ਹੀ ਜਾਇਆ ਕਰ, ਤੈਨੂੰ ਮੁੜ ਕੇ ਕੁੱਟ ਨਹੀਂ ਪਊਗੀ। ਤੋ ਮਤਲਬ ਕੀ ਹੈ? ਆਪਾਂ ਸ਼ਬਦ ਪੜ੍ਹਿਆ ਸੀਗਾ, ਜੀ ਪ੍ਰਾਣ ਭਰਾ ਮਨੈ ਆਧਾਰਾ। ਜੀਵਾਂ ਦਾ, ਜੀਵਾਂ ਦੇ ਪ੍ਰਾਣਾਂ ਦਾ ਆਸਰਾ ਪਰਮੇਸ਼ਰ ਜੋ ਹੈ। ਭਗਤ ਜੀਵੈ ਗੁਣ ਗਾਏ ਅਪਾਰਾ। ਜਿਹੜੇ ਉਹਦੇ ਪਿਆਰੇ ਹਨ ਉਹਦੇ ਗੁਣਾਂ ਨੂੰ ਯਾਦ ਕਰ ਕਰਕੇ ਖੁਸ਼ ਹੁੰਦੇ ਆ, ਗਾਉਂਦੇ ਆ। ਉਹ ਬੜਾ ਬੇਅੰਤ ਹੈ, ਉਹਦੇ ਵਿੱਚ ਬੜੇ ਗੁਣ ਹਨ। ਗੁਣ ਨਿਧਾਨੀ ਅੰਮ੍ਰਿਤ ਹਰਿ ਨਾਮਾ। ਉਹਦਾ ਨਾਮ ਹੈ ਜਿਹੜਾ ਉਹ ਵੀ ਗੁਣਾਂ ਦਾ ਖਜ਼ਾਨਾ ਹੈ। ਨਾਮ ਜਪਾਂਗੇ ਇਕਾਗਰਤਾ ਬਣੂਗੀ, ਇਕਾਗਰਤਾ ਬਣੂਗੀ ਸਾਡੀ ਸੁਰਤ ਸ਼ਬਦ ਨਾਲ ਜੁੜੂ, ਸੁਰਤ ਸ਼ਬਦ ਨਾਲ ਜੁੜੂ ਤੇ ਸਾਡੀ ਬੁੱਧੀ ਚੱਲਣੀ ਸ਼ੁਰੂ ਹੋ ਜੂਗੀ। ਜਿਹੜੀਆਂ ਸਾਡੀਆਂ ਮੋਟੀਆਂ ਮੋਟੀਆਂ ਨਾੜਾਂ ਕੰਮ ਕਰਦੀਆਂ ਹਜੇ, ਜਿਵੇਂ ਜਿਵੇਂ ਨਾਮ ਜਪਾਂਗੇ ਦਿਮਾਗ ਦੀਆਂ ਬਰੀਕ ਨਾੜਾਂ ਵੀ ਕੰਮ ਕਰਨ ਲੱਗ ਜਾਣਗੀਆਂ। ਕਹੋ ਸਤਿਨਾਮ ਸ੍ਰੀ। ਕਿਉਂਕਿ ਉਹਨਾਂ ਨਾੜਾਂ ਦੇ ਵਿੱਚ ਕੋਈ ਹੋਰ ਪ੍ਰੈਸ਼ਰ ਨਹੀਂ ਵੱਜਣਾ, ਸਿਮਰਨ ਦਾ ਪ੍ਰੈਸ਼ਰ ਹੀ ਵੱਜ ਸਕਦਾ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਜਦੋਂ ਇਹ ਪ੍ਰੈਸ਼ਰ ਮਾਰਾਂਗੇ ਅਸੀਂ ਬੁੱਧੀ ਦੇ ਵਿੱਚ, ਤਾਂ ਜਿਹੜੀਆਂ ਬਰੀਕ ਨਾੜਾਂ ਸੂਖਮ ਸੋਚ ਵਾਲੀਆਂ, ਬਰੀਕ ਸੋਚਣ ਵਾਲੀਆਂ ਬੰਦ ਪਈਆਂ ਨਾ ਸਿਮਰਨ ਦੇ ਨਾਲ, ਉਹ ਵੀ ਖੁੱਲ੍ਹ ਸਕਦੀਆਂ। ਤੇ ਉਸ ਅਯੂਬ ਖਾਨ ਨੇ ਫਿਰ ਦੱਸਿਆ ਕਿ ਜਦੋਂ ਮੈਨੂੰ ਬਾਬੇ ਨਾਨਕ ਦੀ ਇਹ ਕਲਾਮ ਮਿਲੀ ਗ੍ਰੰਥੀ ਸਾਹਿਬ ਕੋਲੋਂ ਬਚਪਨ ਦੇ ਵਿੱਚ, ਮੈਂ ਇਸ ਨੂੰ ਜਪਣਾ ਸ਼ੁਰੂ ਕੀਤਾ। ਤੇ ਜਪਦਿਆਂ ਜਪਦਿਆਂ ਅੱਜ ਹੋਰ ਕੱਲ੍ਹ ਹੋਰ ਮੈਨੂੰ ਪੜ੍ਹਾਈ ਯਾਦ ਰਹਿਣ ਲੱਗੀ। ਮਾਸਟਰਾਂ ਨੇ ਮੈਨੂੰ ਫਿਰ ਕੁੱਟਿਆ ਨਹੀਂ ਕਰੇ, ਤੇ ਮੈਂ ਬਹੁਤ ਵੱਡੀਆਂ ਕਲਾਸਾਂ ਪੜ੍ਹ ਗਿਆ, ਡਿਗਰੀਆਂ ਹਾਸਲ ਕੀਤੀਆਂ, ਤੇ ਮੈਂ ਰਾਸ਼ਟਰਪਤੀ ਦੀ ਪਦਵੀ 'ਤੇ ਪਹੁੰਚ ਗਿਆ। ਹੁਣ ਦੇਖ ਲਓ, ਕਹੋ ਸਤਿਨਾਮ ਸ੍ਰੀ। ਇਹ ਸਾਰੀ ਬਾਬੇ ਨਾਨਕ ਦੀ ਕਲਾਮ ਦੀ ਕਿਰਪਾ ਹੈ। ਆਪਾਂ ਇਹ ਸਾਖੀ ਸੁਣੀ ਤੇ ਇੱਥੇ ਇਹੀ ਗੱਲ ਲਿਖੀ ਹੈ, ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਓ। ਇਹ ਅੰਮ੍ਰਿਤ ਹਰੀ ਦਾ ਨਾਮ ਜੋ ਹੈ, ਜੋ ਮ੍ਰਿਤੂ ਚੋਂ ਬਾਹਰ ਕੱਢਣ ਵਾਲਾ ਹੈ, ਜੋ ਜ਼ਿੰਦਗੀ ਵਿੱਚ ਸਵਾਦ ਭਰਨ ਵਾਲਾ ਹੈ, ਅੰਮ੍ਰਿਤ ਮਿੱਠਾ ਰਸ ਭਰਨ ਵਾਲਾ ਹੈ, ਜੋ ਇਸ ਨੂੰ ਸਿਮਰ ਸਿਮਰ ਕੇ ਅਸੀਂ ਸੁਖੀ ਹੋ ਸਕਦੇ ਹਾਂ। ਪਰ ਸ਼ਰਤ ਹੈ ਕੋਈ ਸਿਮਰੇ ਤਾਂ ਸਹੀ, ਕੇਵਲ ਸੁਣਨ ਨਾਲ ਗੱਲ ਨਹੀਂ ਬਣਨੀ। ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਾ ਤੀਰਥ ਮਲਦਾ। ਤੇ ਜਦੋਂ ਉਹਨਾਂ ਗੁਰਸਿੱਖਾਂ ਨੇ ਅਯੂਬ ਖਾਨ ਦੀ ਇਹ ਹੱਡ ਬੀਤੀ ਸੁਣੀ, ਬੜੇ ਪ੍ਰਭਾਵਿਤ ਹੋਏ। ਤੇ ਉਹਨਾਂ ਨੇ ਫਿਰ ਸਾਰੀ ਇਹ ਕਹਾਣੀ ਛਾਪ ਕਰਕੇ ਇੱਕ ਪੈਫਲੇਟ ਲਿਖ ਕੇ ਵੰਡਿਆ। ਇਹਦਾ ਵੀ ਮਤਲਬ ਇਹੀ ਹੈ ਕਿ ਸ਼ਾਇਦ ਭਟਕੇ ਹੋਏ ਲੋਕ ਗੁਰੂ ਨਾਨਕ ਦੇ ਮੂਲ ਮੰਤਰ ਨਾਲ ਹੀ ਜੁੜ ਜਾਣ। ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਧਰਿਆ ਕਹੇ ਏਕ ਵਾਰ। ਗਣਕਾ ਉਧਰੀ ਹਰ ਕਹੇ ਤੋਤ ਮਨ ਸਿਮਰ ਤੂੰ ਹੋਹੇ ਮੋਖ। ਮਨਾ ਤੇਰੀ ਵੀ ਮੁਕਤੀ ਹੋ ਜਾਵੇ। ਦੇਖ ਗਣਕਾ ਵਰਗੇ ਤਰ ਗਏ, ਅਜਾਮਲ ਵਰਗੇ ਪਾਪੀ ਤਰ ਗਏ, ਤੇ ਤੂੰ ਨਹੀਂ ਤਰ ਸਕਦਾਗਾ। ਤੂੰ ਵੀ ਸੁਣਿਆ ਕਰ, ਤੈਨੂੰ ਤਾਈਆਂ ਸਾਖੀਆਂ ਸੁਣਾਉਣਾ ਕਿ ਸ਼ਾਇਦ ਤੈਨੂੰ ਵੀ ਲਾਗ ਲੱਗ ਜਾਵੇ। ਭਗਤ ਧੰਨੇ ਨੂੰ ਇਸੇ ਤਰ੍ਹਾਂ ਹੀ ਲਾਗ ਲੱਗੀ ਸੀ।
रविदास ढवंता ढोर ने तिन त्यागी माया, प्रगट होआ साध संग हर दर्शन पाया। कई भगतां की उदाहरण दी जिहड़े कि रविदास जी के समकाली होए, कोई किते कोई किते। तां गुरु प्यारिओ, धन्ना भगत भी उन्हां समयां च होया। नीचों ऊंच करे मेरा गोबिंद काहू ते ना डरै, ऐसी लाल तुझ बिन कौन करे, गरीब नवाज गुसाइया मेरा माथा छत्र धरै। ऐसा वो परमेश्वर है नीवियां नूं उच्चे कर सकदा। आड़ दाम को छीपरो होयो लाखीना, जिन्हों अद्धी कौडी का कहते सी, भाव दुनिया कदर नहीं सी करती, शोदर शोदर कहते सी, नीच नीच कहते सी। उस नामदेव ने जदों नाम जपिया, जो अद्धी कौडी का अद्धे पैसे का सीगा वो भी लखां का हो गया। कोई सतनाम, अज उन्होंने मत्थे टेकते हैं आप। आड़ दाम को अद्धी कौडी का अद्धे पैसे का, आड़ दाम को छीपरो होयो लाखीना। इस तरह ताना बोना त्याग कै प्रीत चरण कबीरा। जदों कबीर ने अपने मन नूं, कबीरा मतलब परमेश्वर के चरणों नाल जोड़िया। रारे नाल कन्ना ला दईए तो कबीरा बन जाता है। तो कबीरा का मतलब है परमेश्वर। कबीरा का मतलब है सब तो उत्तम धातां दे विचों सब तो उत्तम धात सोने नूं भी एक देश विच कबीरा कहंदे आ। कोई सतनाम श्री, परमेश्वर नूं भी कबीरा कहंदे आ। ते इधर भगत वड्डा कबीर है, भगत वड्डा कबीर भी होया। धां ताना बोना त्याग कै प्रीत चरण कबीरा, नीच कुला जुलाहरा भयो गुणी गहीरा। नीची कुल विच पैदा होने वाला जुलाहा भगत कबीर भी गुणा का खजाना बन गया। गहीरा हुंदा हैगा पैकिंग वड्डी, पिंडां दे विच पाथियां दे गहीरे हुंदे है, वो पाथियां का खजाना हुंदा है। कोई सतनाम सी। तो इत्थे गहीरे का मतलब है वड्डा। तां भगत कबीर भी गुणा का खजाना हो गया। इस तरह ही सैन नाई बुतकारी आओ घर घर सुनिया। नाइया के घरे पैदा होने वाला बच्चा सैन, उसनूं भी जदों परमेश्वर की शब्द का महिमा का पता लग्या, उन्हें नाम सुनिया, वो भी नाम के वांगू ही दुनिया च प्रगट हो गया। हिरदे वसिया पार ब्रह्म भगता मैं गणिया। रविदास ढवंता ढोर तिन त्यागी माया, प्रगट होआ साध संग हर दर्शन पाया। यह विध सुन के जाट लो। धन्ना भगत जो जाट मारवाड़ राजस्थान च पैदा होया। धुआं नगर है उन्होंने, धुआं उस इलाके जो पैदा होए। कहते इस तरह भगतां की महिमा सुन के भगत धन्ने नूं भी लिव लगी। ये विध सुन के जाटरो उठ भगती लागा, मिले प्रता गुसाइयां धन्ना वड भागा। तो फिर उन्होंने गुरसिखा ने यह सारा पैफलेट छपा के इसे करके बनिया कि साडे लोकां नूं गुरु नानक की महिमा का पता लगे, मूल मंत्र की समझ आवे। मेरे प्रीतम जी बख्शिश करते हैं, गुणगान अमृत हर नामा, हर ध्याए ध्याए सुख पाया जियो। ये हरि का जिहड़ा नाम है ये गुणा का खजाना है। जिवें जिवें बंदा इनू जपदा जाएगा, इहदियां सूखम नाड़ियां जिहड़ियां वो चलदियां जाणगियां, खुलदियां जाणगियां, ते जिवें जिवें खुलदियां जाणगियां इहदा दिमाग तेज हुंदा जाऊगा। जिस तरह पाकिस्तान के राष्ट्रपति अयूब खान ते कृपा हुई, मेरे प्रीतम जी बख्शिश करते हैं, सिमर सिमर के मनुख नूं सुख प्राप्त हुंदा है। मनसा धार जो घर ते आवे बंदा, घरों जैसी भी मनसा लैके गुरु नानक की संगत विच आवेगा। श्री गुरु अर्जन देव जी महाराज कहते मनुख घरों जैसी भी इच्छा धार के, मनसा धार के, आस लैके गुरु नानक के चरणों में आउंदा है, तां इत्थे फिर आके वो आस पूरी हुंदी आ। इच्छा पूरक सर्व सुख दाता, जां कै वस है काम धेना। हिंदू मत विच काम धेन गऊ ते कल्प बिरछ मन्निया गया, जिहदे कोलों कहने सारियां इच्छा पूरियां होंदियां। पर सतगुरु पातशाह कहने नहीं,
ਇਹਨਾਂ ਦੇ ਉੱਤੇ ਇੱਕ ਹੋਰ ਸ਼ਕਤੀ ਪਰਮੇਸ਼ਰ ਹੈ ਜਿਹਦੇ ਹੁਕਮ ਨਾਲ ਇਹ ਕੰਮ ਕਰਦੀਆਂ ਤੁਹਾਡੀਆਂ। ਇਹ ਕਾਮ ਤੇਨ ਗਊ ਤੇ ਕਲਪ ਬਿਰਸ਼। ਅਸਲ ਵਿੱਚ ਇਹ ਕੋਈ ਗਊ ਨਹੀਂ ਹੈ, ਇਹ ਮਨੁੱਖ ਦੇ ਅੰਦਰ ਪੈਦਾ ਹੋਣ ਵਾਲੀਆਂ ਕੁਝ ਤਾਕਤਾਂ ਹਨ। ਕਹੋ ਸਤਨਾਮ ਸ੍ਰੀ। ਕਲਪ ਬਿਰਸ਼ ਮਤਲਬ ਕਲਪਨਾ, ਸੋਚ ਅੰਦਰ ਜਿਹੜੀ ਪੈਦਾ ਹੋਣੀ ਉਹਦਾ ਪੂਰਾ ਹੋ ਜਾਣਾ। ਉਹ ਕਿਵੇਂ ਪੂਰੀ ਹੋਊਗੀ? ਇੱਛਾ ਪੂਰਕ ਸਰਬ ਸੁਖ ਦਾਤਾ ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਆ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਆ ਹਰ ਪੁਰਖ ਨਿਰੰਜਨਾ। ਇਸ ਕਰਕੇ ਮਨਸਾ ਧਾਰ ਜੋ ਘਰ ਤੇ ਆਵੈ ਸਾਧ ਸੰਗ ਜਨ ਮਰਨ ਮਿਟਾਵੈ। ਉਹ ਸਾਧੂਆਂ ਦੀ ਸੰਗਤ ਕਰਦਾ ਹੋਇਆ ਜੰਮਣਾ ਮਰਨਾ ਖਤਮ ਕਰ ਸਕਦਾ ਹੈ ਆਪਣਾ। ਬਾਕੀ ਤਾਂ ਸਾਰਾ ਕੁਝ ਵਿੱਚ ਹੀ ਆ ਗਿਆ ਨਾ। ਸਭ ਤੋਂ ਵੱਡਾ ਦੁੱਖ ਕਬੀਰ ਸਾਹਿਬ ਜੀ ਕਹਿੰਦੇ ਦੁਨੀਆ ਵਿੱਚ ਕਈ ਦੁੱਖ ਹੈ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਾ ਹੈ ਅਰ ਗਰਭ ਬਸੇਰਾ। ਆ ਵੱਡਾ ਦੁੱਖ ਕੱਟਦੇ, ਬਾਕੀ ਤਾਂ ਕੱਟੇ ਜਾਣਗੇ। ਹਾਥੀ ਦੀ ਪੈੜ ਵਿੱਚ ਸਾਰਾ ਕੁਝ ਆ ਜਾਂਦਾ। ਕੀ? ਕਦੇ ਮਾਂ ਦੇ ਪੇਟ ਦੀ ਅੱਗ ਵਿੱਚ ਮੱਚਣਾ ਤੇ ਕਦੇ ਚਿਖਾ ਦੀ ਅੱਗ 'ਚ ਮੱਚਣਾ। ਕਦੇ ਜੰਮਣ ਦੇ ਲਈ ਮਾਤਾ ਦੇ ਪੇਟ 'ਚ ਆਉਣਾ, ਜੀਵ ਨੇ ਜਨਮ ਲੈਣਾ, 9 ਮਹੀਨੇ ਉਸ ਅਗਨੀ ਵਿੱਚ ਰਹਿਣਾ, ਫਿਰ ਜਨਮ ਲੈ ਕੇ ਦੁਨੀਆ ਵਿੱਚ ਆਉਣਾ, ਫਿਰ ਮਾਇਆ ਦੀ ਇਸ ਆਸ਼ਾ ਤ੍ਰਿਸ਼ਨਾ ਦੀ ਭਟਕਣਾ ਵਿੱਚ ਭਟਕਣਾ, ਫਿਰ ਮੌਤ ਹੋ ਜਾਣੀ, ਫਿਰ ਸੁੰਦਰ ਸਰੀਰ ਦਾ ਅੱਗ ਵਿੱਚ ਪਾ ਦੇਣਾ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਾ ਹੈ ਅਰ ਗਰਭ ਬਸੇਰਾ। ਇਹ ਵੱਡੇ ਦੁੱਖਾਂ ਨੂੰ ਮਨੁੱਖ ਨੂੰ ਸਤਿਗੁਰ ਨੇ ਵੱਡਾ ਹੀ ਇੱਥੇ ਲਿਖਿਆ। ਕਹਿੰਦੇ ਜੰਮਣਾ ਮਰਨਾ ਹੀ ਮਿਟ ਜਾਵੇਗਾ ਤੇਰਾ, ਬਾਕੀ ਦੁੱਖ ਤਾਂ ਆਪੇ ਕੱਟੇ ਗਏ। ਬਾਕੀ ਦੁੱਖ ਆਪੇ ਕੱਟੇ ਜਾਣਗੇ, ਤੇਰਾ ਜੰਮਣਾ ਮਰਨਾ ਹੀ ਮਿਟ ਜਾਵੇਗਾ। ਆਸ ਮਨੋਰਥ ਪੂਰਨ ਹੋਵੇ। ਤੇ ਫਿਰ ਛੋਟੀਆਂ ਗੱਲਾਂ ਤਾਂ ਗੱਲ ਹੀ ਕੁਛ ਨਹੀਂ। ਜਦ ਇਹ ਵੱਡੀ ਗੱਲ ਤੇਰੀ ਸੈੱਟ ਹੋ ਗਈ, ਫਿਰ ਛੋਟੀਆਂ ਛੋਟੀਆਂ ਮਨੋਰਥ ਮਾਇਆ ਦੇ ਅਰਥ ਹੁੰਦੀ ਹੈ ਮਾਇਆ। ਮਾਇਆ ਦੇ ਵਾਸਤੇ ਮਨ ਵਿੱਚ ਫੁਰਨੇ ਪੈਦਾ ਹੋਣੇ, ਖਿਆਲ ਜਾਂ ਰਾਹ ਹੋ ਜੇ, ਆਹ ਹੋ ਜੇ, ਆਹ ਹੋ ਜੇ। ਕਹਿੰਦੇ ਇਹ ਤਾਂ ਨਿੱਕੇ ਨਿੱਕੇ ਹੈ, ਉਹ ਤਾਂ ਜੰਮਣਾ ਮਰਨਾ ਵੀ ਕੱਟ ਦੂਗਾ। ਕਹੋ ਸਤਨਾਮ ਸ੍ਰੀ। ਆਸ ਮਨੋਰਥ ਪੂਰਨ ਹੋਵੇ ਭੇਟ ਗੁਰ ਦਰਸਾਇਆ ਜੀਓ। ਜਦੋਂ ਗੁਰੂ ਨੂੰ ਮਿਲਦਿਆਂ ਹੀ, ਦਰਸ਼ਨ ਕਰਦਿਆਂ ਹੀ ਤੂੰ ਨਾਮ ਜਪਣਾ ਸ਼ੁਰੂ ਕਰੇਗਾ, ਕਿਉਂਕਿ ਨਾਮ ਦੇ ਵਿੱਚ ਹੀ ਪਾਵਰਾਂ ਹਨ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖਣ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣ ਗਿਆਨ ਧਿਆਨ। ਇਹ ਨਾਮ ਦੀ ਹੀ ਪਾਵਰ ਸਾਰੇ ਜੀਵਾਂ ਦੇ ਵਿੱਚ ਚੱਲ ਰਹੀ ਹੈ। ਇਸੇ ਕਰਕੇ ਰਾਮ ਸੇ ਬੜਾ ਰਾਮ ਕਾ ਨਾਮ। ਪਰਮੇਸ਼ਰ ਤਾਂ ਇੱਕ ਹੈ, ਪਰ ਉਹਦਾ ਨਾਮ ਜਿਹੜਾ ਹੈ ਨੈਟਵਰਕ ਦੀ ਤਰ੍ਹਾਂ, ਜਾਲ ਦੀ ਤਰ੍ਹਾਂ ਸਾਡੇ ਸਾਰਿਆਂ ਵਿੱਚ ਫੈਲਿਆ ਹੋਇਆ। ਕਹੋ ਸਤਨਾਮ ਸੀ। ਸਾਨੂੰ ਉਹ ਨਾਮ ਹੀ ਚਲਾ ਰਿਹਾ ਹੈ। ਹੁਕਮ ਹੀ ਹੁਕਮ ਚਲਾਏ ਰਾਹੋ, ਨਾਨਕ ਵਿਗਸਾ ਵੇ ਪਰਵਾਹੋ। ਪ੍ਰੀਤਮ ਜੀ ਕਹਿੰਦੇ ਜਦੋਂ ਗੁਰੂ ਨੂੰ ਮਿਲ ਕੇ ਅਸੀਂ ਇਸ ਨਾਮ ਨਾਲ ਜੁੜਨਾ ਕੀਤਾ, ਅਗਾਮੀ ਅਗੋਚਰ ਕਿਛ ਮਿਤ ਨਹੀਂ ਜਾਣੀ, ਤਾਂ ਸਿੱਖਾਂ ਨੇ ਪੁੱਛਿਆ ਜੀ ਇਹ ਕਿੱਡਾ ਕੁ ਵੱਡਾ ਹੈ, ਇਹ ਨਾਮ ਕਿੱਡਾ ਕੁ ਵੱਡਾ ਹੈ। ਤਾਂ ਪਾਤਸ਼ਾਹ ਕਹਿਣ ਲੱਗੇ ਪਰੇ ਤੋਂ ਪਰੇ ਹੈ। ਅਗੋਚਰ ਚਰ ਅਚਰ, ਚਰ ਹੁੰਦੇ ਆ ਚੱਲਣ ਵਾਲੇ ਆਪਾਂ ਸਾਰੇ ਜੀਵ ਜੰਤੂ ਪਸ਼ੂ ਪੰਛੀ ਮਨੁੱਖ ਆਦਿ, ਤੇ ਅਚਰ ਹੁੰਦੇ ਆ ਖੜੇ ਹੋਏ ਪਹਾੜ ਤੇ ਦਰਖਤ ਆਦਿ। ਇਹਨਾਂ ਤੋਂ ਵੀ ਪਰੇ ਹੈ। ਇਹਨਾਂ ਅਗੋਚਰ, ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਜਿੱਥੇ ਇੰਦਰੀਆਂ ਨਹੀਂ ਪਹੁੰਚ ਸਕਦੀਆਂ, ਜਿੱਥੇ ਸਾਡੀ ਬੁੱਧੀ ਨਹੀਂ ਪਹੁੰਚਦੀ, ਉਦੋਂ ਵੀ ਪਰੇ ਉਹ ਵਸਦਾ ਹੈ। ਅਗੰਮ ਉਹਦਾ ਕੋਈ ਖਾਸ ਰਸਤਾ ਨਹੀਂ ਹੈ। ਹਾਂ ਇੱਕ ਰਸਤਾ ਹੈ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਪ੍ਰੇਮ ਦੇ ਰਾਹੀਂ ਮਿਲਦਾ ਹੈ। ਅਗੰਮ ਅਗੋਚਰ ਕਿਛ ਮਿਤ ਨਹੀਂ ਜਾਣੀ, ਨਹੀਂ ਬਈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਕੋਈ ਮਿਤ ਕੀਮਤ ਨਹੀਂ ਪਾਈ ਜਾ ਸਕਦੀ। ਸਾਧਕ ਸਿੱਧ ਧਿਆਵੈ ਗਿਆਨੀ। ਉਹਨੂੰ ਕੌਣ ਕੌਣ ਸਿਮਰਦਾ ਹੈ? ਕਹਿੰਦੇ ਤੂੰ ਇਹ ਪੁੱਛ ਉਹਨੂੰ ਸਿਮਰਦਾ ਕੌਣ ਨਹੀਂ। ਸਾਰੇ ਸਿਮਰਦੇ ਹਨ। ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਪੰਛੀ ਵੀ ਜੰਗਲਾਂ ਵਿੱਚ, ਪਿੜਾਂ ਦੇ ਵਿੱਚ, ਧਰਤੀ ਦੇ ਉੱਤੇ ਦਾਣੇ ਚੁਗਦੇ ਹੋਏ ਉਹਨੂੰ ਯਾਦ ਕਰਦੇ ਆ। ਕਹੋ ਸਤਨਾਮ ਸੀ। ਮੋਰ ਮੀਨ ਮਿਰਗ ਪੰਖੇਰੂ,
जो बोलत है बिन हर जापत है नहीं होर, वो भी नाम जपदे है। एक उन्हां दी बोली दी समझ नहीं सानू आउंदी, कोई सतनाम नाम वो भी जपदे आ, रब नूं वो भी याद करदे आ। ऊडै ऊड आवै सह कोसा, तिस पाछै बचरे शरिया, तिन कवन खिलावै कवन चुगावै, मन मह सिमन करिया। मेरे प्रीतम जी कहंदे साधक सिद्ध धियावै ज्ञानी, ते जदों जपना कीता खुदी मिट्टी चूका पोलावा। खुदी हंकार मैं करदा, जिवें आपां रजनी की गल आपां सरवण कीती पिछले दिनी, ओहदा प्यो कहना मैं पालदा सोनू, पर एक दिन परमेश्वर ने ओहदा भी हंकार दूर कर दिता। खुदी मिट्टी हंकार खत्म हो गया। यही वड्डी बीमारी सी, हाँ मैं दीर्घ रोग है दारू पी इस माही। खुदी मिट्टी चूका भुलावा, जिहड़ा भुलेखा सी वह भी गुरु ने कढ़ दिता कि परमेश्वर आ है, तेरे अंदर वसिया होया है, तू ओहदा नाम लेना शुरू कर। बिंद्राबन मथुरा दे विच ना एक रीत है उत्थों दे लोकां दी, उन्हां लोकां दा एक ख्याल है भी कृष्ण दा अपनी राधा नाल बड़ा प्यार आ, ते तुसीं ऐदा करो राधा राधा करदे रहो ते कृष्ण आप ही आ जाऊगा। कोई सतनाम उत्थे एक ना है भावना है, राधा राधा कहो चले आएंगे गोपाला, भी शायद कृष्ण का ख्याल होवे भी यार इधर बाजा मर जाते राधा करके किते इधर मेरी राधा ना होवे ते आपां नूं भी मिल जाणगे। भाव असीं ओहदा नाम जपांगे परमेश्वर भी आ जाऊगा। जिथे मैनूं याद किया जाता नारद मुनि निज कर मेरो निज थाओ, साध संगत है नारद मुन। जे कदे यात्रा दौरान तुहानूं बिंद्रा मथुरा बन उतरन का टाइम लग जे, तुसीं बाजार चों लंघदे होए देखोगे सैकलों वाले रक्शियां वाले टल्ली नहीं बजाउंदे गे, उत्थे घंटियां नहीं बजाउंदे साइकिल तो रस्ता लैण वास्ते एक दूजे तो ओ राधा 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 आई करदे रहणगे। सारे नगर बिंद्रावन दे लोग मैं देखे आप वो सारा दिन इदां ही करदे रहिंदे आ। किस तो गल करनी है नमस्कार करनी है वो राधा राधा करके मिलणगे, जे रस्ता लैना है राधा राधा करके, किसी नूं बुलाउणा है राधा राधा करके। कमाल की गल है उन्हां दे मन विच ऐसा है ख्याल है भी कृष्ण दा राधा नाल प्यार है ते ओह आप ही आ जाऊगा, आपां राधा दा नाम लओ इत्थे। कोई सतनाम सी। इस तरह ही परमेश्वर का नाम लईए ते परमेश्वर नूं अपने नाम की लाज रखनी पैंदी आ। अजामल ने अंत वेले जो जमदूत चक्कन आए उसनूं फड़न आए लैण आए ते जमदूतां नूं देख के उन्हें भावें अपने बच्चे नूं आवाज़ मारी, छोटे बच्चे नाम नरैण रखा गया सी कोई साधु, कहंदे नरैण 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 बचाओ नरैण बचाओ। इन्नी गल सुणदियां ही जमदूत भज गए, कहते छड्ड ओए ये तो नरैण दा भगत है, आपां किधरों आ गए, चल चलीए। हुण उहदा समां लंघदा सी मौत दा ते अखीर परमेश्वर नूं अपने नाम की लाज रखण वास्ते उहनूं लिजाना पिया। अंतकाल नरैण सिमरे ऐसी चिंता मैं जे मरे बद तलोचन ते नाल मुक्ता पीत अंबर। सुनहरी स्वरूप वाला परमेश्वर, अंबर हुंदा कपड़ा, पीत हुंदा सुनहरी, परमेश्वर का सुनहरी स्वरूप है। वो सुनहरी स्वरूप वाला परमेश्वर उन्हां दे अंदर आके वस जाता है तो उन्हां नूं अपने घर लै जाता। खैर आखिरी पंक्ति विच बाबा जी कहंदे खुदी मिट्टी चूका भुलावा, गुर मन ही मैं प्रगटाया जियो, ते गुरु ने वो रब सानू अंदर ही विखाता सारे भुलेखे कढ़ दिते। कहो सतनाम। सत है सत कर बाचा जान, आत्मा राम लेहो परवान। ये सच्ची गल मनो कि आत्मा ही राम है। आनंद मंगल कल्याण निधाना, कहने बस फिर की सी काम निबड़िया। आनंद भया आनंद भया मेरी माए सतगुरु मैं पाया, आनंद आ गया। अनहद बाजे बजन लगे, आनंद अनहद बाजे, आनंद सुनो वडभागियो। आनंद साहब के अखीर ते आनंद सुनो नहीं कहना, ते आनंद साहब की आरंभता ते आनंद नहीं कहना। आनंद माणिया जाता है ते अनहद सुने जाते हैं। कोई सतनाम। आनंद बाजे हैं ते आनंद एक प्रेम की अवस्था है जिहदे विच जीव डुब जाता। कोई सतनाम। तो प्रेम दे विच डुबना है। आनंद भया मेरी माए सतगुरु मैं पाया, ते अखीर ते कहंदे आनंद सुनो वडभागियो। जे तुसी भी आनंद मानना है तो आनंद सुनिया करो, सगल मनोरथ पूरे। प्रीतम जी कहंदे आनंद मंगल कल्याण निधाना,
अनहद वाजे वजन लगे, अंदर लड्डू फुटन लगे, अंदर खुशियां बरतन लगियां, मंगल खुशियां। कादे वास्ते? कि मेरी मुक्ति हो गई, मैनू मार्ग मिल गया, मैं अपने घरे जा रही हाँ। एक बच्ची भावें पेकियां तो विछड़दी हुई रोंदी है, पर किसी खूंजे विच उहनूं खुशी भी हुंदी है कि हुण मेरा आप दा घर बन गया, मैनू पति मिल गया। वो भी हुंदा उहदे अंदर। इस तरह जीव आत्मा अंदर खुशी है कि मैनू गुरु मिलिया तो गुरु ने मैनू मेरा घर विखा दिता। घर मैं घर दिखा दे सो सतगुर पुरख सुजान। कोई जन हरस्यों देवै जोर, चरण कहो बकों सो बरसना। दीजै प्राणिया कोर, मैनू प्राणा की भेंट कर दिया जे मैनू कोई मेरा घर विखा देवे। अंड मंगल कल्याण निधाना, सुख सहज हर नाम बखाना। जिस दे सदका मेरे अंदर सुख सहज अवस्था भरम खत्म हो गए, भटकना खत्म हो गई, सहज अवस्था प्राप्त हो गई। सहज अवस्था जिन्ना लद्दी रब तिन्ना दी बुकल है। जंगल वेले दे विच जाना वाधू कम छुड़ादा है। भाई नंद लाल जी गोया कहते, प्रीतम जी कहते, सुख सहज हर नाम बखाना, होए कृपाल स्वामी अपना, नाव नानक घर में आया जियो। ये परमेश्वर का नाम मैनू अपने घरे लै गया। किसी का घर लभना होवे ना, तुहानू उस बंदे का नाम याद होना चाहिए। जे एवं पिंड चो पुछे पुछते फिरो यार फलानिया दे जाना सी, फलाना है कौन, यार ना तो मैं भुल गया, फिर थानू किसी ने घर नहीं दसना। कहो सतनाम, जो तुहानू ना ही याद नहीं रहा। इस करके असी नाम याद रखिए, वाह गुरु वाह गुरु वाह गुरु। मूल मंत्र याद रखिए। जे नाम ना याद रहे तो मूल मंत्र याद रह जे। मूल मंत्र च की है? ਉਹਦੇ ਲੱਛਣ। अगला पुछो यार तू ना तो नहीं जानता, कुछ ਉਹਦੇ ਲੱਛਣ, कोई सुभाव दस दे किहो जिहा बंदा। यार पग बनदा हैगा, अमरधारी है, ਉਹਦੇ ਲੱਛਣ जे इदां दे ने कुछ दसेगा ਲੱਛਣ ਤਾਂ शायद बंदा जजमेंट कर लू पिंड वाला भी जाए तो फलाना बंदे की गल करदा। फिर कोई सतनाम श्री। मूल मंत्र विच परमेश्वर के लक्षण है, वाहिगुरू परमेश्वर का नाम है। एक ओंकार ਉਹਦੇ बारे दसदा है कि वह एको ही है, ਉਹਦੇ नाल दा होर नहीं है। कोई सतनाम, वो एको ही है। पूजा अकाल की, परचा शब्द का, दीदार खालसे का। प्रीतम जी आखिरी पंक्ति विच कहंदे, होए कृपाल स्वामी अपना। जदों मेरा गुरु मेरे ते दयालु होया, नाओ नानक घर में आया जियो। उन्हें परमेश्वर का, पति का, परमात्मा का नाम हिरदे च रखता। ये नाम ही मेरी सुरत नूं अखीर वेले परमेश्वर के चरणों में इल्जाम लाता है। इस करके तो मैं कहना अगले शब्द दे विच, अगले शब्द दे विच गुरु अर्जन देव जी की कहते ने, माज महला पंजवा, सुन सुन जीवा सोए तुम्हारी। जद कोले पहुंचे आउंदे फिर उहदी आवाज़ मिठी लगी। सोए हुंदी आवाज़, कहने वाह महाराज तू तो बड़ा मिठा है, मिठ बोलड़ा जी हर सज्जन स्वामी मोरा, तू तो बड़ा मिठा है। सुन सुन जीवा सोए तुम्हारी, तू प्रीतम ठाकुर अत भारी। तू मेरा मालक है, तू मेरा ठाकुर है, तू मेरा प्यारा है। तुमरे करतब तुम ही जानो, तुमरी ओट गोपाला जियो। मैं तो तेरा ही आसरा है, बाकी तू की करना की नहीं करना ये आपदे कामां नूं तू ही जानदा है। ये शब्द के विचार आप कल नूं सरवण करांगे। बोलदियां ने एक आखर बाद घाट हो जाते। सिख संगतां दे सतगुरु बख्शण जोग है, बख्श लेना जी। इत्थे रोकण की आग्या बख्शो। मिलाओ फतेह पाओ फतेह। वाहिगुरू जी का खालसा, वाहिगुरू जी की फतेह। वाह।